ਇਹ ਪੰਛੀ ਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ। ਸਿੱਖ ਇਤਿਹਾਸ ਵਿੱਚ ਚੜ ਆਇਆ 5 ਜੂਨ ਦਾ ਦਿਨ। 5 ਜੂਨ 1984 ਕਾਫੀ ਨਾਭਾਗਾ ਦਿਨ ਸੀ ਜਿਹੜਾ ਅੰਤਾਂ ਦੇ ਗਮ ਦੇ ਗਿਆ ਤੇ ਜਿਸਨੇ ਅੰਤਾਂ ਦਾ ਨੁਕਸਾਨ ਵੀ ਕੀਤਾ। ਹਿੰਦ ਦੀ ਰਾਣੀ ਅਹਿਮਦ ਸ਼ਾਹ ਅਬਦਾਲੀ ਦੀ ਭੈਣ ਇੰਦਰਾ ਗਾਂਧੀ ਨੇ ਇੱਕ ਵਾਰ ਫਿਰ ਤੋਂ ਚਾੜ ਦਿੱਤੀਆਂ ਦਰਬਾਰ ਸਾਹਿਬ ਦੇ ਉੱਪਰ ਫੌਜਾਂ। ਹਜ਼ਾਰਾਂ ਬੇਦੋਸ਼ੇ ਨਿਹੱਥਿਆਂ ਦਾ ਕਤਲ ਕਰਵਾਇਆ ਗਿਆ ਤੇ ਇਸੇ ਦਿਨ ਯਾਨੀ ਕਿ 5 ਜੂਨ ਨੂੰ ਹੀ ਭਾਰਤੀ ਫੌਜ ਦੇ ਵੱਲੋਂ ਸਾਰੇ ਅਸੂਲ ਕਾਨੂੰਨ ਮਰਿਆਦਾ ਭੁਲਾ ਕੇ ਉਸ ਦਾ ਕਤਲ ਕਰਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਟੈਂਕ ਤੇ ਬਖਤਰਬੰਦ ਗੱਡੀਆਂ ਵਾੜੀਆਂ ਗਈਆਂ, ਜੁੱਤੇ ਲੈ ਕੇ ਗਏ, ਹੋਰ ਉੱਥੇ ਲਾਸ਼ਾਂ ਦੇ ਢੇਰ ਲੱਗ ਗਏ। ਪਤਾ ਨਹੀਂ ਕੀ ਕੁਛ ਜਿਹੜਾ ਸੀ ਮਰਿਆਦਾ ਦੇ ਉਲਟ ਕੀਤਾ ਗਿਆ। ਬਿਜਲੀ ਬੰਦ ਸੀ। ਕਿਹੋ ਜਿਹਾ ਮੰਜ਼ਰ ਉਸ ਵੇਲੇ ਦਰਬਾਰ ਸਾਹਿਬ ਵਿਖੇ ਬਣਿਆ ਹੋਵੇਗਾ, ਇਸ ਨੂੰ ਜ਼ਰਾ ਸੋਚ ਕੇ ਦੇਖੋ। ਇੱਥੇ ਇੱਕ ਗੱਲ ਹੋਰ ਜਿਹੜੀ ਕਿ ਕਦੇ ਵੀ ਕਿਸੇ ਨੂੰ ਨਹੀਂ ਭੁੱਲਣੀ ਚਾਹੀਦੀ ਕਿ ਇਸ ਹਮਲੇ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਯੋਗਦਾਨ ਰਿਹਾ ਹੈ। ਕਾਂਗਰਸ, ਅਕਾਲੀ ਦਲ, ਬੀਜੇਪੀ, ਹਰ ਇੱਕ ਦੇ ਵੱਲੋਂ ਆਪੋ ਆਪਣਾ ਯੋਗਦਾਨ ਜਿਹੜਾ ਹੈ ਇਸ ਹਮਲੇ ਦੇ ਵਿੱਚ, ਇਸ ਦੇ ਵਿੱਚ ਭੂਮਿਕਾ ਉਹਨਾਂ ਦੇ ਵੱਲੋਂ ਨਿਭਾਈ ਗਈ ਹੈ ਸਰਕਾਰ ਦੇ ਨਾਲ ਮਿਲ ਕੇ। 5 ਜੂਨ 1984 ਦਾ ਦਿਨ ਚੜ੍ਹਿਆ, ਅੰਮ੍ਰਿਤ ਵੇਲਾ ਹੋਇਆ। ਦਰਬਾਰ ਸਾਹਿਬ ਦੇ ਅੰਦਰ ਅੱਜ ਫਿਰ ਤੋਂ ਭਾਈ ਅਮਰੀਕ ਸਿੰਘ ਜੀ ਦਾ ਜਥਾ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਹੈ ਤੇ ਉੱਤੋਂ ਉੱਪਰਲੀ ਮੰਜ਼ਿਲ ਤੋਂ ਹੜਕੀ ਪੌੜੀ ਦੇ ਉੱਪਰ ਜਿਹੜੀ ਮੰਜ਼ਿਲ ਆ ਉੱਥੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਕੇ ਗਿਆਨੀ ਸੋਹਣ ਸਿੰਘ ਆਪਣੇ ਬਾਕੀ ਸੇਵਾਦਾਰਾਂ ਦੇ ਨਾਲ ਥੱਲੇ ਆਏ। ਪ੍ਰਕਾਸ਼ ਕੀਤਾ ਗਿਆ, ਹੁਕਮਨਾਮਾ ਸਾਹਿਬ ਲਿਆ ਗਿਆ। ਹੁਕਮਨਾਮਾ ਲੈਣ ਤੋਂ ਥੋੜੀ ਦੇਰ ਬਾਅਦ ਹਜੇ 5 ਵਜਣ 'ਚ ਕੁਝ ਮਿੰਟ ਰਹਿੰਦੇ ਸੀ ਕਿ ਫੌਜਾਂ ਨੇ ਦੁਬਾਰਾ ਤੋਂ ਤੋਪਾਂ ਦੇ ਮੂੰਹ ਖੋਲ ਦਿੱਤੇ, ਫਾਇਰਿੰਗ ਸ਼ੁਰੂ ਕਰ ਦਿੱਤੀ। ਦੋਹਾਂ ਪਾਸਿਆਂ ਤੋਂ ਇਹ ਫਾਇਰਿੰਗ ਬੜੀ ਜ਼ਬਰਦਸਤ ਜਿਹੜੀ ਕਿ 5 ਜੂਨ ਨੂੰ ਸ਼ੁਰੂ ਹੋ ਗਈ ਤੇ ਲਗਾਤਾਰ ਇਹ ਸ਼ੁਰੂ ਹੋ ਗਈ 5 ਜੂਨ ਦੇ ਅੰਮ੍ਰਿਤ ਵੇਲੇ ਤੋਂ ਹੀ। ਇਸ ਦਿਨ ਫਾਇਰਿੰਗ ਇੰਨੀ ਜ਼ਬਰਦਸਤ ਸੀ ਕਿ ਇਹ ਗੋਲੀਆਂ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਅੰਦਰ ਵੀ ਆ ਰਹੀਆਂ ਸੀ। ਦਰਵਾਜ਼ੇ ਬੰਦ ਕਰ ਲਏ ਗਏ, ਪਰ ਇਹ ਫਾਇਰਿੰਗ ਜਿਹੜੀ ਐਡੀ ਭਿਆਨਕ ਸੀ, ਇਹਦੇ ਨਾਲ ਦਰਬਾਰ ਸਾਹਿਬ ਦੇ ਉੱਪਰ ਜਿਹੜਾ ਸੁਨਹਿਰੀ ਪੱਤਰੇ ਸੀ ਉਹ ਵੀ ਉਖੜ ਕੇ ਉਤਾਹਾਂ ਨੂੰ ਚੜ੍ਹਦੇ ਜਾ ਰਹੇ ਸੀ। ਜਲਿਆਂਵਾਲੇ ਬਾਗ ਵਾਲੀ ਕੰਧ ਪਾੜ ਕੇ, ਕਿਉਂਕਿ ਦਰਵਾਜ਼ਾ ਛੋਟਾ ਸੀ ਤਾਂ ਫੌਜਾਂ ਨੇ ਕੰਧ ਪਾੜ ਕੇ ਇੱਕ ਤੋਪ 25 ਪੌਂਡ ਗੋਲੇ ਵਾਲੀ ਤੋਪ ਉੱਥੇ ਬੀੜ ਦਿੱਤੀ, ਜਿਸ ਦੀ ਮਾਰ 6 ਮੀਲ ਤੱਕ ਹੁੰਦੀ ਹੈ। ਅਜਿਹੀ ਤੋਪ ਜਿਸ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਨਾ ਸੀ। ਇਸ ਤੋਂ ਬਾਅਦ ਲਗਾਤਾਰ ਫੌਜਾਂ ਦੇ ਵੱਲੋਂ ਜ਼ਬਰਦਸਤ ਜਿਹੜੇ ਨਵੀਨ ਹਥਿਆਰ, ਮਾਰੂ ਹਥਿਆਰ, ਰਾਕਟ ਬੰਬ, ਗ੍ਰਨੇਡ, ਇਹਨਾਂ ਦੇ ਨਾਲ ਲਗਾਤਾਰ ਹਮਲੇ ਕੀਤੇ ਜਾ ਰਹੇ ਸੀ। ਇਹ ਇੱਕ ਅਜਿਹਾ ਭਿਆਨਕ ਸਮਾਂ ਸੀ, ਡਰਾਵਨਾ ਸਮਾਂ ਸੀ, ਜਦੋਂ ਕਿ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ, ਜ਼ਿਆਦਾ ਖਾਸ ਕਰਕੇ ਸਿੱਖ ਲੋਕ, ਉਹਨਾਂ ਨੂੰ ਆਪਣੀਆਂ ਜਾਨਾਂ ਦਾ ਫਿਕਰ ਪਿਆ ਹੋਇਆ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹ ਹੁਣ ਸਿਰਫ ਜਿਹੜੇ ਸ਼ਹਿਰੀ ਲੋਕ ਆ ਕਿ ਉਹ ਸਿਰਫ ਕੁਝ ਮਿੰਟਾਂ ਦੇ ਹੀ ਮਹਿਮਾਨ ਨੇ। ਦਰਬਾਰ ਸਾਹਿਬ ਦੇ ਆਸੇ-ਪਾਸੇ ਗਲੀਆਂ ਜਿਹੜੀਆਂ ਸੀਗੀਆਂ, ਰਾਹ ਜਿਹੜੇ ਸੀ, ਉੱਥੇ ਫੌਜਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਸੀ, ਉਹ ਹੀ ਖਿਲ ਰਹੀਆਂ ਹੋਈਆਂ ਸੀ। ਸੜਕਾਂ ਦੇ ਉੱਤੇ ਨਦੀਆਂ ਜਿਵੇਂ ਵਗ ਰਹੀਆਂ ਹੋਣ ਖੂਨ ਦੀਆਂ। ਦਰਬਾਰ ਸਾਹਿਬ ਦੇ ਅੰਦਰ ਸਿੰਘਾਂ ਦੀਆਂ ਤੇ ਜਿਹੜੀ ਸੰਗਤ ਸੀ ਉਹਨਾਂ ਦੀਆਂ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਤੇ ਦਰਬਾਰ ਸਾਹਿਬ ਜਿਹੜਾ ਸਰੋਵਰ ਆ ਉਸ ਦਾ ਪਾਣੀ ਵੀ ਲਾਲ ਹੋ ਚੁੱਕਿਆ ਸੀ। ਲਾਸ਼ਾਂ, ਕਿਉਂਕਿ ਗਰਮੀ ਇਸ ਮਹੀਨੇ ਦੇ ਵਿੱਚ ਇੰਨੀ ਹੁੰਦੀ ਹੈ, ਗਰਮੀ ਦੇ ਨਾਲ ਜਦੋਂ ਕਈ ਦਿਨਾਂ ਤੋਂ ਉੱਥੇ ਪਈਆਂ ਰਹੀਆਂ ਤਾਂ ਮੁਸ਼ਕੀਆਂ ਹੋਈਆਂ ਸੀ। ਬੜਾ ਹੀ ਖੌਫਨਾਕ ਮੰਜ਼ਰ ਉੱਥੇ ਬਣਿਆ ਹੋਵੇਗਾ ਜੇਕਰ ਆਪਾਂ ਇਸ ਨੂੰ ਮਹਿਸੂਸ ਕਰਕੇ ਦੇਖੀਏ। 5 ਜੂਨ ਨੂੰ ਸ਼ਾਮ 6 ਵਜੇ ਇਹ ਅਫਵਾਹ ਉਡਾਈ ਗਈ ਕਿ ਫੌਜ ਦੇ ਵੱਲੋਂ ਢਿੱਲ ਦੇ ਦਿੱਤੀ ਗਈ ਹੈ, ਕਰਫਿਊ ਦੇ ਵਿੱਚ ਢਿੱਲ ਦੇ ਦਿੱਤੀ ਗਈ ਹੈ। ਪਰ ਇਹ ਸਿਰਫ ਅਫਵਾਹ ਹੀ ਸੀ, ਫੌਜ ਦੀ ਇੱਕ ਕੋਝੀ ਚਾਲ ਸੀ ਤਾਂ ਕਿ ਜਿਹੜੇ ਅੰਦਰ ਬੈਠੇ ਆ ਲੋਕ, ਸੰਗਤ, ਉਹ ਬਾਹਰ ਆਵੇ, ਸਿੱਖ ਬਾਹਰ ਆਉਣ ਤੇ ਉਹਨਾਂ ਨੂੰ ਮਾਰ ਦਿੱਤਾ ਜਾਵੇ। ਕਰੀਬ 7 ਵਜੇ ਤੱਕ ਇਹ ਗੋਲਾਬਾਰੀ 5 ਜੂਨ ਨੂੰ ਸ਼ਾਮ 7 ਵਜੇ ਤੱਕ ਲਗਾਤਾਰ ਹੁੰਦੀ ਰਹੀ। 1 ਘੰਟਾ ਫਾਇਰਿੰਗ ਬੰਦ ਹੋਈ। ਇਹਨੇ ਸਮੇਂ ਦੇ ਵਿੱਚ ਸਿੰਘਾਂ ਨੇ ਆਪੋ ਆਪਣੇ ਮੋਰਚੇ ਜਿਹੜੇ ਫੌਜ ਦੇ ਵੱਲੋਂ ਢਹਿ ਗਏ ਸੀ ਉਹਨਾਂ ਨੂੰ ਹੋਰ ਜ਼ਿਆਦਾ ਪੱਕਿਆਂ ਕਰ ਲਿਆ। ਜਨਰਲ ਸੁਬੇਗ ਸਿੰਘ ਇਸ ਸਭ ਦੀ ਅਗਵਾਈ ਕਰ ਰਹੇ ਸੀ। ਇਸ ਵੇਲੇ ਤੱਕ ਕਰੀਬ 70 ਤੋਂ 80 ਸਿੰਘ ਸ਼ਹੀਦ ਹੋ ਚੁੱਕੇ ਸੀ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ। ਉਧਰ ਫੌਜਾਂ ਜਿਹੜੀਆਂ ਸੀ, ਭਾਰਤੀ ਫੌਜਾਂ, ਉਹਨਾਂ ਦੇ ਵੀ ਅੰਤਾਂ ਦੇ ਜਿਹੜੇ ਸੈਨਿਕ ਸੀਗੇ, ਸੈਂਕੜੇ ਸੈਨਿਕ, ਉਹ ਮਾਰੇ ਜਾ ਚੁੱਕੇ ਸੀ ਸਿੰਘਾਂ ਦੇ ਵੱਲੋਂ। ਤੇ ਅਕਾਲੀ ਜਾਂ ਫਿਰ ਵੱਡੇ ਵੱਡੇ ਆਗੂ ਜਿਹੜੇ ਕਿ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਵੀ ਸੀ, ਉਹ ਆਪੋ ਆਪਣੇ ਰਿਹਾਇਸ਼ੀ ਕਮਰਿਆਂ ਦੇ ਵਿੱਚ ਬੈਠੇ ਸੀ। ਜਦੋਂ ਰਾਤ ਦੇ 8 ਵਜੇ 1 ਘੰਟਾ ਫਾਇਰਿੰਗ ਰੁਕੀ, ਉਹਦੇ ਤੋਂ ਬਾਅਦ ਫੌਜਾਂ ਦੀ ਫਾਇਰਿੰਗ ਇੱਕਦਮ ਫਿਰ ਤੋਂ ਬੜੀ ਤੇਜ਼ ਤਰਾਰ ਸ਼ੁਰੂ ਹੋ ਗਈ। ਭਿਆਨਕ ਗੋਲਾਬਾਰੀ ਇਹ ਹੋਈ ਕਿਉਂਕਿ ਜਿੱਦਾਂ 5 ਜੂਨ ਦੀ ਰਾਤ ਪੈਂਦੀ ਜਾ ਰਹੀ ਸੀ, ਦੋਹਾਂ ਪਾਸਿਆਂ ਤੋਂ ਫਾਇਰਿੰਗ ਉਨੀ ਭਿਆਨਕ ਤੇ ਤੇਜ਼ ਹੁੰਦੀ ਜਾ ਰਹੀ ਸੀ।
ਫੌਜਾਂ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਇਹ ਗੋਲੀਆਂ ਕਿੱਥੋਂ ਆ ਰਹੀਆਂ ਨੇ ਜਿਹੜੀਆਂ ਸਿੰਘਾਂ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ। ਫੌਜਾਂ ਦੇ ਵੱਲੋਂ ਆਪਣੇ ਕਮਾਂਡੋਜ਼ ਜਦੋਂ ਉਤਾਰੇ ਗਏ ਤਾਂ ਸਿੰਘਾਂ ਨੇ ਉਹਨਾਂ ਦੇ ਉੱਤੇ ਗੋਲੀਆਂ ਦਾ ਹੱਲਾ ਕੀਤਾ, ਉਹਨਾਂ ਨੂੰ ਮਾਰ ਦਿੱਤਾ। ਇਸ ਵੇਲੇ ਇਹ ਗੱਲ ਜਨਰਲ ਕੇ.ਐਸ. ਬਰਾੜ ਨੇ ਖੁਦ ਆਪਣੀ ਜ਼ੁਬਾਨੀ ਕਹੀ ਹੋਈ ਹੈ ਕਿ ਜਦੋਂ ਕਮਾਂਡੋਜ਼ ਉਤਾਰੇ ਜਾ ਰਹੇ ਸੀ ਤਾਂ ਫੌਜ ਦੇ ਵੱਲੋਂ ਬਹੁਤ ਤੇਜ਼ ਫਾਇਰਿੰਗ ਕੀਤੀ ਗਈ ਸੀ, ਬਹੁਤ ਤੇਜ਼ ਹਮਲੇ ਕੀਤੇ ਗਏ ਤਾਂ ਕਿ ਉਹਨਾਂ ਹਮਲਿਆਂ ਦਾ ਮੁਕਾਬਲਾ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਅੰਦਰ ਬੈਠੇ ਸਿੰਘ ਨਾ ਕਰ ਸਕਣ। ਪਰ ਫਿਰ ਵੀ ਉਹਨਾਂ ਨੂੰ ਸਮਝ ਨਹੀਂ ਆਈ ਕਿ ਇਹ ਗੋਲੀਆਂ ਕਿੱਥੋਂ ਆ ਰਹੀਆਂ ਨੇ। ਉਹ ਗੋਲੀਆਂ ਅਸਲ ਦੇ ਵਿੱਚ ਜਿਹੜੇ 2 ਉੱਚੇ ਬੁੰਗੇ ਜਾਂ ਫਿਰ ਉੱਚੀ ਪਾਣੀ ਵਾਲੀ ਟੈਂਕੀ ਸੀ ਉੱਥੋਂ ਆ ਰਹੀਆਂ ਸੀ, ਜਿੱਥੇ ਕਿ ਜਨਰਲ ਸੁਬੇਗ ਸਿੰਘ ਨੇ ਮੋਰਚੇ ਸਥਾਪਿਤ ਕਰਵਾਏ ਸੀ। ਉਹਨਾਂ ਦੀਆਂ ਕੰਧਾਂ ਦੇ ਵਿੱਚ ਛੋਟੀਆਂ-ਛੋਟੀਆਂ ਮੋਹਰੀਆਂ ਕਰਕੇ ਮਸ਼ੀਨ ਗਨ ਉੱਥੇ ਗੱਡ ਕੇ ਉੱਥੇ ਮੋਰਚੇ ਸਥਾਪਿਤ ਕੀਤੇ ਸੀ। ਸਿੰਘ ਉੱਥੋਂ ਗੋਲੀਆਂ ਚਲਾ ਰਹੇ ਸੀ। ਇਹਨਾਂ ਮੋਰਚਿਆਂ ਨੇ ਜਿਹੜੇ ਟੈਂਕੀ ਸੀ ਜਾਂ ਫਿਰ 2 ਉੱਚੇ ਬੁੰਗੇ ਸੀ, ਇਹਨਾਂ ਨੇ ਭਾਰਤੀ ਫੌਜ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। 5 ਜੂਨ ਦੀ ਦੇਰ ਰਾਤ ਨੂੰ ਇਹ 2 ਬੁੰਗੇ ਜਿਹੜੇ ਸੀ ਇਹ ਵੀ ਭਾਰਤੀ ਫੌਜ ਨੇ ਉਡਾ ਦਿੱਤੇ, ਇਹਨਾਂ ਤੇ ਜ਼ੋਰਦਾਰ ਹਮਲੇ ਕੀਤੇ। ਉਧਰੋਂ ਅੰਦਰ ਬੈਠੇ ਸਿੰਘਾਂ ਦੇ ਵੱਲੋਂ ਬੜੀ ਅਨੋਖੀ ਲੜਾਈ ਲੜੀ ਜਾ ਰਹੀ ਸੀ। ਇਸ ਭਾਰਤ ਦੀ ਪੂਰੀ ਫੌਜ ਦੇ ਨਾਲ ਅੰਦਰੋਂ ਸਿੰਘ 2-2 ਜੋਟੀਆਂ ਦੇ ਰੂਪ ਵਿੱਚ ਲੜਨ ਵਾਸਤੇ ਆਉਂਦੇ ਸੀ। ਲੜਦੇ ਜੂਝਦੇ ਤੇ ਸ਼ਹੀਦੀਆਂ ਪਾ ਜਾਂਦੇ। ਉਹਦੇ ਤੋਂ ਬਾਅਦ ਫਿਰ 2 ਜੋਟੀਆਂ ਦੇ ਰੂਪ ਦੇ ਵਿੱਚ ਸਿੰਘ ਆਉਂਦੇ। ਉਹ ਵੀ ਇਸੇ ਤਰ੍ਹਾਂ ਉਹਨਾਂ ਦਾ ਇਹ ਜਿਹੜਾ ਮੋਰਚਾ ਸੀ ਉਹ ਚੱਲਦਾ ਰਿਹਾ। ਉੱਥੇ ਜਨਰਲ ਜਿਹੜਾ ਕੇ.ਐਸ. ਬਰਾੜਿਆ ਉਹਨੇ ਇਹ ਗੱਲ ਵੀ ਕਹੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਿ ਇਸ ਹਮਲੇ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਤੇ 1984 ਦੇ ਵਿੱਚ ਕੀਤਾ, ਇਹਨੇ ਭਾਰਤੀ ਫੌਜ ਦਾ ਇੰਨਾ ਜ਼ਿਆਦਾ ਨੁਕਸਾਨ ਕੀਤਾ ਆ ਜਿਹੜਾ ਕਿ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਹੋਈ ਸੀ ਉਦੋਂ ਵੀ ਨਹੀਂ ਸੀ ਹੋਇਆ। 5 ਦਿਨ ਹੋ ਗਏ ਜਦੋਂ ਸਿੰਘਾਂ ਨੇ ਹੱਥ ਖੜੇ ਨਹੀਂ ਕੀਤੇ ਤੇ ਭਾਰਤੀ ਫੌਜਾਂ ਨੂੰ ਅੰਦਰ ਦਾਖਲ ਵੀ ਨਹੀਂ ਹੋਣ ਦਿੱਤਾ। ਜਿਹੜਾ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਉਹਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਜਾਂਦਾ। ਸਰਦਾਰ ਮਨਜੀਤ ਸਿੰਘ ਹੁਰਾਂ ਦੇ ਮੁਤਾਬਕ ਫੌਜਾਂ ਨੂੰ ਇਹ ਲੱਗਦਾ ਸੀ ਕਿ ਸਿੰਘ ਉਸ ਪਾਵਨ ਸਰੋਵਰ ਦੇ ਵਿੱਚ ਛੁਪੇ ਬੈਠੇ ਨੇ, ਤਾਂ ਉਹਨਾਂ ਨੇ ਆਪਣੇ ਜਿਹੜੇ ਸਪੈਸ਼ਲ ਮੁੰਬਈ ਤੋਂ ਬੁਲਾਏ ਗਏ ਚੋਟੀ ਦੇ ਗੋਤਾਖੋਰ ਸੀ, 20 ਸਮੁੰਦਰੀ ਗੋਤਾਖੋਰ, ਉਹਨਾਂ ਨੂੰ ਸਰੋਵਰ ਦੇ ਵਿੱਚ ਉਤਾਰਿਆ ਪਰ ਉਹ ਵਾਪਸ ਨਹੀਂ ਆਏ। ਉਹਨਾਂ ਨੂੰ ਸਿੰਘਾਂ ਨੇ ਗੋਲੀਆਂ ਦੇ ਨਾਲ ਉਡਾ ਦਿੱਤਾ। ਇਸੇ ਤਰ੍ਹਾਂ 60 ਕਮਾਂਡੋਜ਼ ਜਿਹੜੇ ਉਹਨਾਂ ਦੇ ਵੱਲੋਂ ਉਤਾਰੇ ਗਏ ਸੀ, ਉਹਨਾਂ ਦੇ ਵਿੱਚੋਂ 59 ਕਮਾਂਡੋਜ਼ ਨੂੰ ਪਹਿਲੇ ਹੱਲੇ ਹੀ ਸਿੰਘਾਂ ਨੇ ਗੋਲੀਆਂ ਦੇ ਨਾਲ ਉਡਾ ਦਿੱਤਾ। ਗਿਆਨੀ ਜੋਗਿੰਦਰ ਸਿੰਘ ਜਿਹੜੇ ਉਸ ਵੇਲੇ ਉੱਥੇ ਮੌਜੂਦ ਸੀ, ਅੱਖੀਂ ਡਿੱਠਾ ਹਾਲ ਉਹਨਾਂ ਨੇ ਬਿਆਨ ਕੀਤਾ ਕਿ ਫੌਜਾਂ ਨੇ ਪਹਿਲਾਂ ਪ੍ਰਕਰਮਾਂ ਦੇ ਅੰਦਰ ਪੈਦਲ ਆਉਣਾ ਸ਼ੁਰੂ ਕੀਤਾ ਸੀ। ਉਹਨਾਂ ਦੀ ਕੋਈ ਵਾਹ ਪੇਸ਼ ਨਹੀਂ ਸੀ ਜਾਣ ਦਿੱਤੀ ਅੰਦਰ ਬੈਠੇ ਸਿੰਘਾਂ ਨੇ। ਉਹਦੇ ਤੋਂ ਬਾਅਦ ਉਹਨਾਂ ਨੇ ਕਰੀਬ 10 ਵਜੇ ਜਿਹੜੇ ਟੈਂਕਿਆਂ ਅੰਦਰ ਘੱਲਣੇ ਸ਼ੁਰੂ ਕੀਤੇ, ਪਰ ਉਦੋਂ ਵੀ ਟੈਂਕ ਜਿਹੜੇ ਸਿੰਘਾਂ ਨੇ ਏਡੀ ਛੇਤੀ ਅੰਦਰ ਨਹੀਂ ਸੀ ਆਉਣ ਦਿੱਤੇ। ਕਾਫੀ ਜਦੋਜਹਿਦ ਤੋਂ ਬਾਅਦ ਕਰੀਬ 12 ਵਜੇ ਟੈਂਕ ਜਿਹੜੇ ਆ ਪ੍ਰਕਰਮਾਂ ਦੇ ਅੰਦਰ ਦਾਖਲ ਹੋਏ ਸੀ। ਉਹਨਾਂ ਨੂੰ ਵੀ ਪਹਿਲਾਂ ਸਿੰਘਾਂ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ। ਕਾਫੀ ਟੈਂਕ ਜਿਹੜੇ ਆ ਉਹ ਸਿੰਘਾਂ ਦੇ ਵੱਲੋਂ ਨਕਾਰਾ ਵੀ ਕੀਤੇ ਗਏ ਸੀ। ਸਾਰੀ ਰਾਤ ਦੋਹਾਂ ਪਾਸਿਆਂ ਤੋਂ ਇਹ ਭਿਆਨਕ ਜੰਗ ਹੁੰਦੀ ਰਹੀ। ਇਸੇ ਰਾਤ ਨੂੰ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੀਏ ਭਾਈ ਰਸ਼ਪਾਲ ਸਿੰਘ ਸ਼ਹੀਦ ਹੋਏ ਸੀ। ਉਹਨਾਂ ਦਾ ਨਿੱਕਾ ਜਿਹਾ ਛੋਟਾ ਜਿਹਾ 18 ਕੁ ਦਿਨਾਂ ਦਾ ਬੱਚਾ ਸੀ, ਪੁੱਤਰ ਸੀ, ਉਹ ਵੀ ਗੋਲੀ ਲੱਗਣ ਦਾ ਕਰਕੇ ਸ਼ਹੀਦ ਹੋਇਆ। ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਜਿਹੜੀ ਕਿ ਉਸ ਵੇਲੇ ਆਪਣੇ ਨਿੱਕੇ ਬੱਚੇ ਨੂੰ ਦੁੱਧ ਚੁੰਘਾ ਰਹੀ ਸੀ, ਗੋਲੀ ਉਹਦੇ ਸਿਰ ਦੇ ਵਿੱਚ ਲੱਗੀ। ਉਹਦੇ ਤੋਂ ਬਾਅਦ ਬੀਬੀ ਪ੍ਰੀਤਮ ਕੌਰ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਤੇ ਬੀਬੀ ਪ੍ਰੀਤਮ ਕੌਰ ਇਸ ਰਾਤ ਨੂੰ ਜ਼ਖਮੀ ਹੋ ਗਏ ਸੀ। ਜ਼ਖਮੀ ਹਾਲਤ ਦੇ ਵਿੱਚ, ਦਰਦਨਾਕ ਹਾਲਤ ਦੇ ਵਿੱਚ ਉਹਨਾਂ ਨੂੰ ਫੌਜਾਂ ਨੇ ਗ੍ਰਿਫਤਾਰ ਕਰ ਲਿਆ ਸੀ। ਇਸੇ ਰਾਤ 5 ਜੂਨ ਨੂੰ ਇਹਨਾਂ ਸਿੰਘਾਂ ਨੂੰ ਜਿਹੜੇ ਮੋਰਚਿਆਂ ਦੇ ਉੱਤੇ ਡਟੇ ਹੋਏ ਸੀ ਇੱਕ ਵੱਡਾ ਘਾਟਾ ਪਿਆ। ਸਿੰਘਾਂ ਦੀ ਅਗਵਾਈ ਕਰ ਰਹੇ ਸੀ ਜਾਂ ਇਹ ਪੂਰੇ ਹਮਲੇ ਦਾ ਕਿਵੇਂ ਜੰਗ ਲੜਨੀ ਹੈ ਉਹਦੀ ਸਿੱਖਿਆ ਦੇਣ ਵਾਲੇ ਜਨਰਲ ਸੁਬੇਗ ਸਿੰਘ ਇਸੇ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਉਹ ਬੇਹੱਦ ਜ਼ਖਮੀ ਹਾਲਤ ਦੇ ਵਿੱਚ ਡਿੱਗਦੇ ਢਹਿੰਦੇ ਕਿਸੇ ਤਰ੍ਹਾਂ ਸੰਤ ਭਿੰਡਰਾਂਵਾਲਿਆਂ ਦੇ ਕੋਲ ਪੁੱਜੇ। ਜਾ ਕੇ ਬੜੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਫਤਿਹ ਗਜਾਈ ਸੀ ਤੇ ਉੱਥੇ ਕੁਝ ਸਮਾਂ ਸੰਤਾਂ ਦੇ ਨਾਲ ਤੇ ਭਾਈ ਅਮਰੀਕ ਸਿੰਘ ਦੇ ਨਾਲ ਗੱਲਬਾਤ ਕੀਤੀ। ਆਪਣੀ ਆਖਰੀ ਮਨੋਕਾਮਨਾ ਜਨਰਲ ਸੁਬੇਗ ਸਿੰਘ ਨੇ ਦਰਸਾਈ ਕਿ ਉਹ ਚਾਹੁੰਦੇ ਨੇ ਕਿ ਸਿੱਖ ਕੌਮ ਰਾਜ ਭਾਗ ਦੀ ਮਾਲਕ ਹੋਵੇ, ਇੱਕ ਵੱਖਰਾ ਤੇ ਖੁਦ ਮੁਖਤਿਆਰੀ ਵਾਲਾ ਆਜ਼ਾਦ ਦੇਸ਼ ਹੋਵੇ ਸਿੱਖ ਕੌਮ ਦਾ, ਤੇ ਸਿੱਖ ਕੌਮ ਉਸ ਦੀ ਮਾਲਕ ਹੋਵੇ। ਇਹਦੇ ਤੋਂ ਬਾਅਦ ਕੁਝ ਗੱਲਾਂ ਉਹਨਾਂ ਨੇ ਕੀਤੀਆਂ, ਕਦੋਂ ਟੈਂਕ ਆਏ ਜਾਂ ਕਿੱਦਾਂ ਚੜ੍ਹਦੀ ਕਲਾ ਵਾਲੀਆਂ ਗੱਲਾਂ ਕੀਤੀਆਂ। ਉਹਦੇ ਤੋਂ ਬਾਅਦ ਇਹ ਸਿੱਖਾਂ ਦੇ ਕਮਾਂਡਰ ਇਨ ਚੀਫ ਜਨਰਲ ਸੁਬੇਗ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤੇ ਕੌਮੀ ਸ਼ਹੀਦ ਹੋਣ ਦਾ ਖਿਤਾਬ ਹਾਸਲ ਕਰ ਗਏ। 5 ਜੂਨ ਦੀ ਰਾਤ ਜਦੋਂ ਅੰਦਰ ਟੈਂਕ ਲਿਆਂਦੇ ਗਏ, ਟੈਂਕਾਂ ਦੇ ਹਮਲੇ ਦੇ ਨਾਲ ਸਿੰਘਾਂ ਦੇ ਮੋਰਚਿਆਂ ਦੇ ਉੱਤੇ ਕਾਫੀ ਹੱਦ ਤੱਕ ਭਾਰਤੀ ਫੌਜ ਨੇ ਕਬਜ਼ਾ ਕਰ ਲਿਆ ਸੀ। ਤਾਂ ਜਦੋਂ
ਅੰਦਰੋਂ ਸਿੰਘਾਂ ਦੀਆਂ ਗੋਲੀਆਂ ਆਉਣੀਆਂ ਬੰਦ ਹੋਈਆਂ ਤਾਂ ਇੱਕ ਪਾਸਿਓਂ ਹਜੇ ਵੀ ਲਗਾਤਾਰ ਗੋਲੀਆਂ ਆ ਰਹੀਆਂ ਸੀ। ਕਿਸੇ ਨੂੰ ਨਹੀਂ ਸੀ ਪਤਾ ਲੱਗ ਰਿਹਾ ਵੀ ਇਹ ਕਿਵੇਂ ਕੌਣ ਚਲਾ ਰਿਹਾ ਹੈ। ਜਦੋਂ ਭਾਰਤੀ ਫੌਜਾਂ ਦੇ ਕਿਸੇ ਇੱਕ ਜਵਾਨ ਨੇ ਦੇਖਿਆ ਤਾਂ ਇੱਕ ਬੀਬੀ ਛੱਤ ਦੇ ਉੱਪਰ ਲੰਮੀ ਪਈ ਹੋਈ ਸੀ। ਉਹਦੇ ਹੱਥ ਦੇ ਵਿੱਚ LMGC ਸੀ, ਜਿਹਦੇ ਨਾਲ ਉਹ ਲਗਾਤਾਰ ਗੋਲੀਆਂ ਵਰਾ ਰਹੀ ਸੀ। ਜਿਵੇਂ ਹੀ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਉਸ ਬੀਬੀ ਤੇ ਵੀ ਕਈ ਵਾਰ ਕਰਕੇ ਉਸ ਨੂੰ ਸ਼ਹਾਦਤ ਦਾ ਜਾਮ ਪਿਲਾ ਦਿੱਤਾ ਤੇ ਉਹ ਬੀਬੀ ਵੀ 1984 ਦੇ ਅਮਰ ਸ਼ਹੀਦਾਂ ਦੇ ਵਿੱਚੋਂ ਇੱਕ ਹੋ ਨਿਬੜੀ। ਇਹ ਸੀ ਅੱਜ 5 ਜੂਨ 1984 ਦਾ ਦਰਦਨਾਕ ਇਤਿਹਾਸ। ਇਹਦੇ ਤੋਂ ਬਾਅਦ ਕੱਲ 6 ਜੂਨ ਜਿਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਉਸ ਬਾਰੇ ਵਿਚਾਰਾਂਗੇ। ਇਸ ਇਤਿਹਾਸ ਦੇ ਬਾਰੇ ਸਾਰਿਆਂ ਨੂੰ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ, ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ।